ਹੈਲੋ ਬੱਚਿਓ, ਕਿ ਸਾਡੇ ਕੋਲ ਜੋ ਫਸਟ ਬਾਈ ਮੰਥਲੀ ਆ ਅਪ੍ਰੈਲ ਅਤੇ ਮਈ ਮੰਥ ਦਾ, ਉਹਦੇ ਵਿੱਚ ਸਾਡੇ ਕੋਲ 4 ਚੈਪਟਰਸ ਨੇ, ਜਿਹਦੇ ਵਿੱਚੋਂ ਪਹਿਲਾ ਚੈਪਟਰ ਆ ਸਾਡਾ ਵਾਸਤਵਿਕ ਸੰਖਿਆਵਾਂ। ਸੋ ਇਸ ਚੈਪਟਰ ਦੇ ਵਿੱਚ ਬੱਚੇ ਸਾਡੇ ਕੋਲ ਕੁਐਸਚਨਸ ਹੈਗੇ ਨੇ, ਜਿਵੇਂ ਇੱਕ ਤਾਂ ਨਾ ਕੁਐਸਚਨ ਆ ਸਾਡੇ ਕੋਲ ਅਭਾਜ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਣਾ। ਸੋ ਇਸ ਕੁਐਸਚਨ ਦੇ ਵਿੱਚ ਸਾਡੇ ਕੋਲ ਕੋਈ ਸੰਖਿਆ ਦਿੱਤੀ ਹੁੰਦੀ ਆ, ਫਰਜ਼ ਕਰੋ 300 ਦਿੱਤਾ ਹੈਗਾ ਜੀ ਸਾਡੇ ਕੋਲ ਸੰਖਿਆ, ਇਹਦੇ ਅਭਾਜ ਗੁਣਨਖੰਡ ਦੇ ਰੂਪ ਦੇ ਵਿੱਚ ਲਿਖਣਾ ਜੀ। ਠੀਕ, ਸੋ ਅਭਾਜ ਗੁਣਨਖੰਡ ਬਣਾਉਣ ਦੇ ਲਈ ਜਾਂ ਤਾਂ ਇਸ ਤਰ੍ਹਾਂ ਮੈਥਡ ਵਰਤ ਲਓ, ਜਾਂ ਇਹਨੂੰ ਜੋ ਰੁੱਖ ਵਿਧੀ ਆ ਉਹ ਵਰਤ ਲਓ, ਕੋਈ ਫਰਕ ਨਹੀਂ ਦੋਹਾਂ ਚੋਂ। ਸੋ ਇਸ ਤਰ੍ਹਾਂ ਦੇ ਕੁਐਸਚਨਸ ਲਈ ਮੈਨੂੰ ਥੋੜੀ ਰੁੱਖ ਵਿਧੀ ਵਧੀਆ ਲੱਗਦੀ ਹੈ। ਸੋ ਇਹਦੇ ਵਿੱਚ ਮੈਨੂੰ ਤੋੜੂੰਗਾ ਦੋ ਕੋਈ ਵੀ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ। ਸੋ ਮੈਨੂੰ ਪਤਾ 300 30 10 300 ਹੁੰਦਾ, ਠੀਕ ਹੈ ਜੀ। ਸੋ ਇੱਕ ਬਾਕਸ ਦੇ ਵਿੱਚ ਮੈਂ 30 ਲਿਖਤਾ, 110 ਲਿਖਤਾ, ਜਨ ਅੱਗੇ ਫਿਰ ਇਹਨੂੰ ਮੈਂ ਤੋੜਿਆ, 30 ਨੂੰ ਮੈਂ ਲਿਖ ਸਕਦਾ 10 30 30, ਤੇ ਫਿਰ 10 ਨੂੰ ਤੋੜ ਲਿਆ ਬੇਟੇ, 5 ਦੂਣੀ 10, ਇੱਧਰ ਵੀ 10 ਹੈ ਜੀ ਮੇਰੇ ਕੋਲ, 5 ਦੂਣੀ 10। ਲੋ ਬੇਟਾ ਜੀ, ਇਸ ਜਗ੍ਹਾ ਮੈਂ 300 ਨੂੰ ਤੋੜ ਚੁੱਕਿਆ। ਹੁਣ ਮੇਰੇ ਕੋਲ ਜਿੰਨੇ ਵੀ ਕਾਰਨਰਸ ਦੇ ਉੱਪਰ ਮੇਰੇ ਕੋਲ ਸੰਖਿਆਵਾਂ ਨੇ, ਸਾਰੀਆਂ ਭਾਗ ਸੰਖਿਆਵਾਂ ਨੇ। ਇਹ ਤੋਂ ਅੱਗੇ ਮੈਂ 5 3 ਨੂੰ ਨਹੀਂ ਤੋੜ ਸਕਦਾ ਕਿਉਂਕਿ ਭਾਗ ਸੰਖਿਆ ਹੈ। 5 2 5 2 ਇਹ ਸਾਰੀਆਂ ਅਭਾਜ ਸੰਖਿਆਵਾਂ ਨੇ। 1 2 3 4 5। ਸੋ ਮੇਰੇ ਕੋਲ ਭਾਗ ਸੰਖਿਆਵਾਂ ਦੇ ਰੂਪ ਦੇ ਵਿੱਚ ਮੈਂ ਆ ਚੁੱਕਿਆ। ਸੋ ਲਿਖਾਂਗੇ ਇਹਨੂੰ 300 ਬਰਾਬਰ ਆ 3 ਗੁਣਾ 5 ਗੁਣਾ 2 5 ਤੇ 2। ਠੀਕ ਹੈ ਜੀ। ਸੋ ਇਹਨੂੰ ਵੱਧੇ ਕ੍ਰਮ 'ਚ ਲਿਖਣਾ ਤਾਂ ਕਿ ਪੜ੍ਹਨਾ ਸੌਖਾ ਹੋਵੇ। 2 ਮੇਰੇ ਕੋਲ 2 ਨੇ, ਭਾਵ 2 ਦੀ ਘਾਤ 2 ਗੁਣਾ 3 ਗੁਣਾ 5 ਦੀ ਘਾਤ 2। ਇਸ ਰੂਪ 'ਚ ਵੀ ਕਰਦੇ ਤਾਂ ਵੀ ਮੇਰੇ ਕੋਲ ਉੱਤਰ ਇਹੀ ਹੋਏਗਾ। 2 ਤੇ ਕੀਤਾ ਜੀ 150, ਫਿਰ ਅੱਗੇ ਮੈਂ ਭਾਗ ਕਰੂੰਗਾ 2 ਤੇ, ਤਾਂ ਮੇਰੇ ਕੋਲ ਇੱਥੇ 75 ਆ ਗਿਆ ਜੀ। 3 ਤੇ ਭਾਗ ਕੀਤਾ 75 ਨੂੰ, 3 ਤੇ ਭਾਗ ਕੀਤਾ 25, ਫਿਰ 5 ਤੇ ਭਾਗ ਕਰ ਰਹੇ ਹਾਂ ਜੀ 5, ਫਿਰ 5 ਤੇ ਭਾਗ ਕੀਤਾ ਮੇਰੇ ਕੋਲ ਆ ਗਿਆ 1। ਸੋ 2 ਮੇਰੇ ਕੋਲ ਆਏ ਨੇ 2 ਭਾਵ 2 ਦੀ ਘਾਤ 2, ਜੋ ਆ ਸੰਖਿਆ ਸੀ। ਫਿਰ ਆ ਗਿਆ ਜੀ ਮੇਰੇ ਕੋਲ 3, ਸੋ 3 ਲਿਖਿਆ ਹੋਇਆ ਜੀ। ਫਿਰ ਮੇਰੇ ਕੋਲ 5 ਦੀ ਘਾਤ 2, ਜੋ ਆ। ਇਹ ਤੋਂ ਬਾਅਦ ਬੇਟੇ ਸਾਡੇ ਕੋਲ ਹੋਰ ਕੁਐਸਚਨ ਆਉਂਦੇ ਨੇ HCF ਮਾਸਾ ਵਾਵਾ ਅਤੇ LCM ਲਲਸਤਾ ਵਾਵਾ। ਇਹ ਪਤਾ ਕਰਨਾ ਬੇਟੇ ਤੁਹਾਨੂੰ ਆਉਂਦਾ ਹੀ ਆ। ਠੀਕ, ਇਹ ਕੱਲ 1 ਨੰਬਰ ਦੇ ਕੁਐਸਚਨਾਂ ਦੇ ਵਿੱਚ ਵੀ ਆਪਾਂ ਇਸ ਚੀਜ਼ ਨੂੰ ਪੜ੍ਹਿਆ ਸੀ। ਇਹ ਤੋਂ ਬਾਅਦ ਅਗਲੇ ਟਾਈਪ ਦੇ ਕੁਐਸਚਨ ਹੁੰਦੇ ਨੇ LCM ਗੁਣਾ HCF ਬਰਾਬਰ A ਗੁਣਾ B। ਦੋ ਸੰਖਿਆਵਾਂ ਦੀ ਗੁਣਾ ਦੇ ਬਰਾਬਰ ਇਸ ਚੀਜ਼ ਨੂੰ ਜਾਂਚ ਕਰਨੀ ਹੁੰਦੀ ਹੈ ਜੀ। ਇਹਦੇ ਵਿੱਚ LCF HCF ਪਤਾ ਕਰਨਾ ਹੈ ਅਤੇ A ਤੇ B ਇਸ ਪੂਰੇ ਫਾਰਮੂਲੇ ਦੀ ਸੂਤਰ ਦੀ ਜਾਂਚ ਕਰਨੀ ਹੁੰਦੀ ਹੈ। ਉਪਰੰਤ ਮੇਰੇ ਕੋਲ ਤੀਸਰੀ ਟਾਈਪ ਹੈ ਬੇਟੇ ਦਸ਼ਮਲਵ ਰੂਪ ਨੂੰ P/Q, ਮਤਲਬ ਕਿਸੇ ਪਰਿਮੇਯ ਸੰਖਿਆ। ਕਿਹੜੀ ਸੰਖਿਆ ਬੇਟਾ? ਪਰਿਮੇਯ ਸੰਖਿਆ ਨੂੰ ਦਸ਼ਮਲਵ ਰੂਪ ਤੋਂ P/Q ਰੂਪ ਦੇ ਵਿੱਚ ਲਿਖਣਾ, ਜਾਂ P/Q ਰੂਪ ਹੁੰਦਾ ਸਾਡੇ ਕੋਲ ਦਿੱਤਾ, ਅਸੀਂ ਉਹਦਾ ਇਹ ਪਤਾ ਕਰਨਾ ਕਿ ਉਸ ਦਾ ਦਸ਼ਮਲਵ ਵਿਸਤਾਰ ਕਿਸ ਤਰ੍ਹਾਂ ਦਾ ਹੋਏਗਾ, ਕਿ ਉਹ ਸ਼ਾਂਤ ਦਸ਼ਮਲਵ ਹੈ ਜਾਂ ਅਸ਼ਾਂਤ ਦਸ਼ਮਲਵ ਹੈ। ਸੋ ਜੀ ਲਾਸਟ ਇੱਕ ਕਿਸਮ ਹੁੰਦੀ ਆ ਜਿਹੜੀ ਅਕਸਰ ਜਿਹਦੇ ਵਿੱਚ ਸਾਡੇ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਆ, ਉਹ ਹੈਗੀ ਆ ਜੀ ਸਿੱਧ ਕਰਨਾ ਕਿ ਵਰਗਮੂਲ 3 ਅਪਰਿਮੇਯ ਸੰਖਿਆ ਹੈ, ਵਰਗਮੂਲ 5 ਅਪਰਿਮੇਯ ਸੰਖਿਆ ਹੈ, ਜਾਂ ਇੱਕ ਪਰਿਮੇਯ ਸੰਖਿਆ ਤੇ ਇੱਕ ਅਪਰਿਮੇਯ ਸੰਖਿਆ ਦਾ ਜੋੜ ਘਟਾਓ ਜਿਹੜਾ ਹੁੰਦਾ, ਜੋੜ ਜਾਂ ਘਟਾਓ ਕਰੀਏ, ਉਹ ਇੱਕ ਅਪਰਿਮੇਯ ਸੰਖਿਆ ਹੈ। ਆਓ ਜਿਵੇਂ ਮੈਂ ਕਹਾਂ ਜੀ 2
ਘਟਾਓ ਵਰਗਮੂਲ 3 एक अपरिमेय संख्या है। लो जी, ये चीज सिद्ध करनी है बेटे। मैं जल्दी हल किस तरह का करना, ये थोड़ा जा कई बार स्टूडेंट्स ਨੂੰ ਸਾਡੇ ਕਨਫਿਊਜ਼ਨ ਹੋ ਜਾਂਦੀ ਹੈ ਇਹਦੇ ਵਿੱਚ। ਦੈਟਸ ਵਾਈ ਆਪਾਂ ਇਹਦੇ ਉੱਤੇ ਵਰਕ ਕਰਾਂਗੇ। ਇਸ ਪ੍ਰਸ਼ਨ ਨੂੰ ਹੱਲ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ, ਸਾਨੂੰ ਪਤਾ ਵੀ ਇਹ ਸੰਖਿਆ ਜਿਹੜੀ ਹੈ अपरिमेय संख्या है। ਇਹੀ ਚੀਜ਼ ਸਿੱਧ ਕਰਨੀ ਤਾਂ ਉਲਟਾ ਅਸੀਂ ਮੰਨ ਲਿਆ। ਕੀ ਮੰਨ ਲਿਆ? इसका उल्टा मनन पे ठीक की मनना जी, 2 घटाओ वर्गमूल 3 एक परिमेय संख्या है। ठीक है जी। जे यह परिमेय संख्या है तो सानू पता परिमेय संख्या होंदी है जिहड़ी ओह P बटा Q दे रूप च होंदी है, या उन्होंने A बटा B दे रूप च लिख सकता मैं। ठीक, ਹੁਣ A ਤੇ B ਜਾਂ P ਤੇ Q ਹੁੰਦੇ ਕਿ ਇਹਦੇ ਵਿੱਚ ਕੋਈ ਵੀ ਸੰਪੂਰਨ ਸੰਖਿਆਵਾਂ ਨਹੀਂ। ਸੋ ਇਸ ਜਗ੍ਹਾ ਮੈਂ ਲਿਖ ਸਕਦਾ A ਅਤੇ B ਸਹਿ ਅਭਾਜ ਸੰਪੂਰਨ ਸੰਖਿਆਵਾਂ ਹਨ। हाँ, 2 घटाओ वर्गमूल 3 बराबर A बटा B। ठीक है जी। भाव की है भी A और B दो मैं ऐसियां संख्यावां लईआं जो सहभाज ने। सहभाज का भाव भी आपस दे विच दोहां दा जो A और B दा मम्मा ससा बाबा भाव HCF आ ओह 1। ठीक है जी। जे HCF दोहां दा 1 का भाव की है भी दोहे आपस दे विच कटनी नहीं होंदियां। फॉर एग्जांपल मैं कहा जी 15 बटा 10, सानू पता 15 बटा 10 का आपस दे विच हले कट्टिया जांदा है। सो कट्टण उपरंत मैं कहूंगा कि ना जी मेरे को 5 3 15 5 2 10। सो मेरे को आ जो संख्या है 2 ते 3। ठीक है जी। ਇਹਦੇ ਵਿੱਚ A फिर आया जी B साडा 2 आया। ये दोहे आपस दे विच की ने सहअभाज ने। ठीक, आ परिमेय संख्या साडे तो पता है कि इनू भी असी परिमेय संख्या हाल दी घड़ी मन्निया होया। तो अगे शुरू चलते हैं जी। तो 2 घटाओ A A बटा B बराबर वर्गमूल 3 उधर लै गए ते A बटा B नूं इधर लै गए। तो साडे को की है जी 2 साडा की है जी एक परिमेय संख्या, A बटा B A साडे को संपूर्ण संख्या, B भी संपूर्ण संख्या, A बटा B भी साडे को एक परिमेय संख्या। भाव आ भी परिमेय ते आ भी परिमेय। ठीक, 2 परिमेय संख्यावां ने तो दोहां दा जोड़ या घटाओ भी की हुंदा परिमेय संख्या। तो आपां कहांगे 2 घटाओ A बटा B एक परिमेय संख्या है। ठीक है जी। ਹੁਣ ਸਾਨੂੰ ਪਤਾ ਜੀ ਆ परिमेय संख्या ਤਾਂ बराबर एक परिमेय संख्या होनी चाहिए है। सो इस जगह तो की निकलिया, इसलिए बराबर की है बेटे वर्गमूल 3। सो वर्गमूल 3 एक परिमेय संख्या है। ठीक, बट सानू एक चीज का पता कि वर्गमूल 3 की है अपरिमेय संख्या, पर इतने साडे को की सिद्ध हो रहा वर्गमूल 3 की है परिमेय संख्या। सो ये चीज क्यों सिद्ध हुई, क्यों इस तरह आ रहा, क्योंकि असी की मनिया सी इसदा उल्टा मनिया सी। सो मैं की कहूंगा परंतु ठीक है जी वर्गमूल 3 एक परिमेय संख्या है। ठीक, यह इसका उल्टा मनन करके होया है। यह गलत उलट मनन कारण होया, इसलिए उल्ट की मन्निया सी बेटा असी 2 माइनस वर्गमूल 3 एक परिमेय संख्या है, इसलिए यह परिमेय नहीं की है अपरिमेय संख्या है। इसलिए 2 घटाओ वर्गमूल 3
एक अपरिमेय संख्या है। सिद्ध है बेटा इत्थे ये चीज कि यह एक अपरिमेय संख्या है। दोबारा मैं फिर दस देना, सिद्ध करना सी कि अपरिमेय संख्या है, सो ਇਹਦਾ ਆਪਾਂ उल्टा मान लिया। उल्टा की ਮੰਨਿਆ कि यह एक परिमेय संख्या। जे परिमेय संख्या है तो ਉਹਨੂੰ ਅਸੀਂ a बटा b ਦੇ ਰੂਪ ਦੇ ਵਿੱਚ ਲਿਖ ਸਕਦੇ ਹਾਂ ਜਦੋਂ a ਤੇ b ਸਾਡੇ ਕੋਲ ਅਪਾਦ ਸੰਖਿਆ ਹਨ। ਠੀਕ ਹੈ, ਸਹਿ ਅਪਾਦ, ਅਪਾਦ ਨਹੀਂ ਸਹਿ ਅਪਾਦ, ਆਪਸ ਦੇ ਵਿੱਚ ਕੋਈ ਗੁਣਨਖੰਡ ਸਾਂਝਾ ਨਹੀਂ। ਸੋ ਰੀਅਰੇਂਜ करके लिखा जी तो साढ़े को खब्बे हाथ देखा दोनों प्रमेय संख्या बनिया ने, तो सज्जे हाथ भी ऑब्वियसली प्रमेय होनी चाहिए है। तो इतों चीज की सिद्ध होया भी खब्बा पासा प्रमेय तो सज्जा पासा भी प्रमेय संख्या, परंतु सानू पता कि सज्जा पासा प्रमेय संख्या नहीं है तो असं की किया सज्जा पासा प्रमेय संख्या। ठीक, सॉरी इतने अपन गलत लिखता, परंतु प्रमेय संख्या नहीं है। ठीक है जी, या अप्रमेय संख्या है। ठीक, इसलिए एक उल्ट मनन करके होया। सो मैं की कहूँगा कि जी मेरी संख्या 2 माइनस वर्गमूल 3 एक साढ़े को अप्रमेय संख्या। ये फर्स्ट चैप्टर के विच बेटे ये साढ़े क्वेश्चंस ने। उस तरीके ना मैं अगला चैप्टर देखते हैं। अगला चैप्टर साढ़ा है जी बहुपद। बहुपद ਦੇ ਵਿੱਚ बेटे मेरे अपने को ਜਿਹੜੇ क्वेश्चंस ने, सब तो पहले ਜਿਹੜੇ क्वेश्चंस ने वो हैगे ने कि ਸਿਫਰਾਂ ਦੀ ਗਿਣਤੀ ਪਤਾ ਕਰਨਾ। ਇਹਦੇ ਵਿੱਚ ਤੁਸੀਂ ਜਿਵੇਂ ਇੱਕ ਨੰਬਰ ਦੇ क्वेश्चंस ਕੀਤੇ ਨੇ ਕਿ ਗ੍ਰਾਫ ਦਿੱਤਾ ਹੋਇਆ, ਇੱਕ ਗ੍ਰਾਫ ਦਿੱਤਾ ਹੋਇਆ ਤਾਂ ਉਹਦੇ ਵਿੱਚ ਮੈਂ ਦੱਸਣਾ ਬਹੁਪਦ ਦੇ ਸਿਫਰਾਂ ਦੀ ਗਿਣਤੀ ਕਿੰਨੀ ਹੋਈ। ਉਪਰੰਤ ਦੂਸਰੇ ਟਾਈਪ ਦਾ क्वेश्चन है जी कि सिफरां का पता करना। सिफरां का पता करना भाव मेरे को कोई बहुपद होएगा x² जमा 7x जमा 12, यदियां मैं सिफरां पता करनियां ने। ठीक है जी, सिफरां पता कर। ठीक है जी, तो सिफरां सानू पता ਇਹਦੇ ਗੁਣਨਖੰਡੀਕਰਨ ਕਰਕੇ ਅਸੀਂ ਬੜੇ ਆਰਾਮ ਨਾਲ ਪਤਾ ਕਰ ਸਕਦੇ ਹਾਂ। ਸੋ ਇਹਦੇ ਗੁਣਨਖੰਡ ਜੇ ਮੈਂ ਕਰਾਂ ਤਾਂ ਮੇਰੇ ਕੋਲ ਇਹਦੇ ਗੁਣਨਖੰਡ ਬਣੇ ਜੀ 4 ਅਤੇ 3। तो ਇਹਦਾ ਆਇਆ ਸਾਡੇ ਕੋਲ x ਜਮਾ 4, ਅਗਲੇ ਦੋ ਚੋਂ ਸਾਂਝਾ ਕੱਢਿਆ ਜੀ 3 x जमा 4। तो मेरे को गुणनखंड की बने जी पहला ते दूसरा। ठीक है जी, आफ्टर दैट इन्हों बराबर 0 दे रख के असीं की पता कर सकते हैं सिफरां। सिफरां साडे को ठीक है, जां तां सिफर साडे को होएगी x जमा 4 बराबर 0, तो x बराबर आ गया जी -4। दूसरा होगा जी x जमा 3 बराबर 0, तो x बराबर घटाओ। सो ये दूसरा टाइप का साढ़े को क्वेश्चंस ने जी। ठीक, ये 2 नंबर 4 नंबर दोहां दे विच आ सकदे ने। ये तो बाद बेटे देखिए तो साढ़े को क्वेश्चन बनते हैं कि दो घाती बहुपद पता करना। दो घाती बहुपद पता करना है तो वो साढ़े को की है जी कि सानू सिफरां पता होणगियां तो असीं दो घाती बहुपद पता करना हो सकता, या जोड़ अते गुणा पता हुंदी है ते नाल असीं की पता करना दो घाती बहुपद। और जिवें उदाहरण लैंदे आ जी सिफरां दी गुणा। ठीक हैगी है जी साडे कोल 7, सिफरां दा जोड़ बराबर है जी साढ़े को 6, तो दो घाती बहुपद पता। ठीक है जी, सानू पता सिफरां दी गुणा नूं असीं p नाल लिखते हैं तो इहनूं s नाल लिखते हैं, तो साढ़े को समीकरण बनती दो घाती बहुपद बनता x² -sx जमा p।
ਇਹ ਬਹੁਪਦ ਹੋਊਗਾ ਜੀ ਸਾਡਾ। ਠੀਕ, ਸੋ ਇਹਦੇ ਵਿੱਚ ਅਸੀਂ ਕੀਮਤਾਂ ਭਰ ਦਾਂਗੇ। x माइनस s की जगह आ जाएगा 6 जमा p की जगह ਅਸੀਂ ਲਿਖਤਾ 7। ਇਹ ਸਾਡਾ ਦੋ ਘਾਤੀ ਬਹੁਪਦ ਹੈ ਜੀ। ਇਸ ਤੋਂ ਬਾਅਦ ਸਾਡੇ ਕੋਲ ਲਾਸਟ ਦੀ ਟਾਈਪ ਹੈਗੀ ਆ ਕਿ ਭਾਗ ਕਰਨਾ। ਦੋ ਸਾਡੇ ਕੋਲ ਬਹੁਪਦ ਦਿੱਤੇ ਹੁੰਦੇ ਨੇ, ਉਹਨਾਂ ਨੂੰ ਭਾਗ ਕਰਨ ਬਾਰੇ ਗੱਲ ਆ ਰਹੀ ਹੁੰਦੀ ਹੈ। ਫਰਜ਼ ਕਰੋ ਸਾਡੇ ਕੋਲ x ਦੀ ਘਾਤ 2 ਜਮਾ 4 9, x ਦੀ ਘਾਤ 4 ਜਮਾ 3x ਦੀ ਘਾਤ 2 ਜਮਾ 5 ਨਾਲ ਭਾਗ ਕਰੋ। ਹੁਣ ਇਸ ਜਗ੍ਹਾ ਬੇਟਾ ਅਸੀਂ ਇਹਨੂੰ ਭਾਗ ਕਰਾਂਗੇ। ਜਿਹਨੂੰ ਭਾਗ ਕਰਨਾ ਉਹਨੂੰ ਅੰਦਰ ਰੱਖਣਾ ਹੈ। x ਦੀ ਘਾਤ 4 ਜਮਾ, ਦੇਖੋ 4 ਤੋਂ ਬਾਅਦ x ਦੀ ਘਾਤ 3 ਨਹੀਂ ਹੈ, ਸੋ ਮੈਂ 3 ਦੀ ਜਗ੍ਹਾ ਛੱਡ ਲੈਣਾ ਇੱਥੇ। ਜੇ ਨਹੀਂ ਵੀ ਛੱਡਦੇ ਤਾਂ ਲਾਸਟ ਵਿੱਚ ਲਿਖਿਆ ਜਾ ਸਕਦਾ। ਠੀਕ, 3x ਦੀ ਘਾਤ 2 ਜਮਾ 5, x ਦੀ ਘਾਤ 2 ਜਮਾ 4। ਇਹਦੇ ਨਾਲ ਭਾਗ ਕਰਨਾ ਜੀ। ਸੋ ਸਭ ਤੋਂ ਪਹਿਲਾਂ x ਦੀ ਘਾਤ 2 ਨਾਲ ਮੈਂ ਭਾਗ ਕਰ ਰਿਹਾ ਗੁਣਾ, ਇਹਨੂੰ x ਦੀ ਘਾਤ 2 ਨਾਲ ਗੁਣਾ ਕਰਨਾ, x ਸਕੁਅਰ ਜਮਾ 4। x ਦੀ ਘਾਤ 2 ਨਾਲ ਗੁਣਾ ਕੀਤੀ, ਮੇਰੇ ਕੋਲ ਕਿੰਨਾ ਆਇਆ ਜੀ x ਦੀ ਘਾਤ 4 ਜਮਾ 4x ਦੀ ਘਾਤ 2। ਇਹਨੂੰ ਭਰੋ ਜੀ ਇੱਥੇ, x ਦੀ ਘਾਤ 4 ਜਮਾ 4x ਦੀ 2। ਘਟਾਓ ਕਰ ਲੈਣਾ ਬੇਟੇ ਆਪਾਂ ਨੇ, कट गया जी माइनस एक्स जीरो उपरों चीज उतारिया मैं कि 5। हूँ देखो साढ़े को एक्स की घात 2 हैगी आ, इतने जो एक्स की घात 2 आ घटाओ दे 1 नाल गुणा करिए, साढ़े को घटाओ दे 1 नाल गुणा करके देखिए जी आ गया जी माइनस, मेरे को है जी माइनस एक्स की घात 2 माइनस 4 कट गए जी। तो इतने 9 बचा जी मेरा बाकी, ये आया मेरा भागफल जी। देन तो बाद अपना बेटे चलते हैं टॉपिक नंबर 3। जो तीसरा सारा टॉपिक है वो है जी दो चलों वाले रेखी समीकरणों का जो। ठीक है जी। तो साढ़े को पहला टाइप है जी ग्राफ। साढ़े को दो समीकरण होंगे जी। लो जी ये दो साढ़े को रेखी समीकरण ने, दो चलों वाली, एक चल एक्स आ दूसरा चल वाई आ, दोनों के साढ़े को ये दो समीकरण बन चुकी ने। ये दोनों रेखी समीकरणों के जो साढ़े हल किस तरह के होंगे, नेचर किस तरह की, उन्होंने तो ग्राफ किस तरह का होंगे, उन्होंने नेचर जाननी है जी। सो जो असीं ग्राफ बनाने तो पहला ही असीं दस सकते हैं कि इन्हों का ग्राफ जिन्होंने आलेख बोलते हैं वो किस तरह का है। सो वो असीं देखते हैं कि इनू A1 A2 सॉरी A1 B1 और C1, इन्हों A2 B2 और C2 मन्ने जाते। सो A1 मेरे को है जी 2, A2 मेरे को है 4, B1 मेरे को 3 तो B2 मेरे को 3, C1 7 तो C2 मेरे को 5 लिख सकते हैं जी। ठीक है जी। सो मेरे को की केस बन सकते हैं इस चीज़ लिए। सो इतों ही मैं नेचर जी पता कर सकता। तो सब तो पहला आप नेचर देखते हैं, नेचर किस तरह साड़ी पता लगेगी। जेकर A1 बटा A2 B1 बटा B2 दे बराबर नहीं है, इस केस देखते हैं जिमें 2 बटा 4 A1 बटा A2 2 बटा 4 यानी कि 1 बटा 2 आ गया जी।
b1 ਬਟੇ b2 ਸਾਡੇ ਕੋਲ 3/3 ਭਾਵ 1 ਆ ਗਿਆ ਜੀ। ਦੋਨੋਂ ਆਪਸ ਦੇ ਵਿੱਚ ਬਰਾਬਰ ਨਹੀਂ ਹੈ, ਜੋ ਤਾਂ ਮਤਲਬ ਸਾਡੀ ਇਹ ਫਸਟ ਟਾਈਪ ਬਣਦੀ ਹੈ। ਬਰਾਬਰ ਨਹੀਂ ਹੈ ਉਦੋਂ ਸਾਡੇ ਕੋਲ ਕੀ ਹੁੰਦਾ, ਸਾਡੇ ਕੋਲ ਜਿਹੜਾ ਗ੍ਰਾਫ ਆ ਉਹ ਕਾਟਵੀਆਂ ਰੇਖਾਵਾਂ ਦੇ ਰੂਪ ਦੇ ਵਿੱਚ ਬਣਦਾ। ਸੋ ਇਹਦਾ ਗ੍ਰਾਫ ਸਾਡੇ ਕੋਲ ਕੀ ਬਣਿਆ, ਕਾਟਵੀਆਂ ਰੇਖਾਵਾਂ। ਤੇ ਇਹਦੇ ਹੱਲ ਦੇ ਰੂਪ ਦੇ ਵਿੱਚ ਕਹਾਂਗੇ ਅਸੀਂ ਕੇਵਲ ਇੱਕ ਹੱਲ ਹੋਵੇਗਾ। ਮੈਂ ਦੋ ਕਿਸਮਾਂ ਦੇ ਰੂਪ ਦੇ ਵਿੱਚ ਤੋੜ ਰਿਹਾ ਜੀ ਇਹਨੂੰ। ਗ੍ਰਾਫ ਕਿਸ ਤਰ੍ਹਾਂ ਦਾ ਬਣੇਗਾ ਤੇ ਮੇਰੇ ਕੋਲ ਇਹਦਾ ਹੱਲ ਕਰਨ ਦੇ ਉੱਤੇ ਕਿਸ ਤਰ੍ਹਾਂ ਦਾ ਸੋਲੂਸ਼ਨ ਹੋਏਗਾ। ਇਹਦਾ ਸੋਲੂਸ਼ਨ ਮੇਰੇ ਕੋਲ ਇੱਕ ਹੋਏਗਾ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਦੋ ਰੇਖਾਵਾਂ ਕੱਟ ਕਰਦੀਆਂ ਨੇ ਤਾਂ ਜਿਸ ਜਗ੍ਹਾ ਕੱਟ ਕਰ ਰਹੀਆਂ ਉਹ ਸਾਡਾ ਕੀ ਆ, ਸੋਲੂਸ਼ਨ ਆ, ਭਾਵ ਸਾਡਾ ਹੱਲ ਆ। ਸੋ ਰੇਖਾਵਾਂ ਜੇ ਕੱਟਦੀਆਂ ਨੇ ਤਾਂ ਇੱਕੋ ਜਗ੍ਹਾ ਤੇ ਕੱਟ ਕਰਦੀਆਂ ਨੇ, ਇੱਕ ਹੀ ਸਾਡਾ ਹੱਲ ਹੋਵੇਗਾ ਜਾਂ ਵਿਲੱਖਣ ਹੱਲ ਹੋਵੇਗਾ। ਦੂਸਰਾ ਸ਼ਬਦ ਅਸੀਂ ਬੋਲਦੇ ਹਾਂ ਵਿਲੱਖਣ ਹੱਲ। ਠੀਕ ਹੈ ਜੀ। ਸੋ ਦੂਸਰੀ ਸਾਡੇ ਕੋਲ ਕਿਸਮ ਹੋ ਸਕਦੀ ਹੈ a1 ਬਟਾ a2 ਬਰਾਬਰ b1 ਬਟਾ b2 बराबर है c1 बटा c2। एक भी एक उदाहरण ले लिए। साडे को मैं रकम देना जी इथे 2x जमा 3y बराबर 5, 6x जमा 9y बराबर 15। ਇਹਦੇ ਵਿੱਚ ਦੇਖਦੇ ਹਾਂ ਅਸੀਂ a1 ਬਟਾ a2 ਮਤਲਬ 2 ਤੇ 3 2 ਤੇ 6 ਦੋਹਾਂ ਦਾ ਅਨੁਪਾਤ ਲੈਣੇ ਆ ਤਾਂ 1/3 3 ਤੇ 9 ਦੋਨੋਂ ਜਮਾ ਦੇ ਨੇ। ਇਹਦਾ ਅਨੁਪਾਤ ਲਈ ਇਹ ਵੀ 1/3 ਤੇ 5 ਅਤੇ 15 ਇਹਦਾ ਅਨੁਪਾਤ ਲਈਏ ਇਹ ਵੀ 1/3 ਭਾਵ a1 ਬਟਾ a2 b1 बटा b2 ਤੇ c1 बटा c। ਤਿੰਨਾਂ ਦਾ ਅਨੁਪਾਤ ਸਾਡੇ ਕੋਲ ਕਿੰਨਾ ਆਇਆ 1/3। ਤਿੰਨੋਂ ਬਰਾਬਰ ਆਏ ਨੇ, ਭਾਵ ਆ ਦੂਸਰੀ ਕਿਸਮ ਲੱਗ ਗਈ ਹੈ ਸਾਡੀ ਜੀ a1 बटा a2 ਬਰਾਬਰ ਹੈ b1 बटा b2 ਬਰਾਬਰ ਹੈ c1 बटा c2। ਇਸ ਚੀਜ਼ ਨੂੰ ਅਸੀਂ ਲਿਖਦੇ ਹਾਂ ਸੰਪਾਤੀ ਰੇਖਾ। संपाती रेखावां भाव जड़ियां एक रेखा के ऊपर ही दूसरी रेखा आ रही होगी। ठीक है जी। सानू पता जे दो रेखावां एक दूसरे के ऊपर ओवरलैप कर रही हैं तो सानू एक गल की इत्थे कि जिन्ने दोहां दे सांझे बिंदु होंदे हैं, दोहां रेखावां दे सांझे बिंदु जिन्ने ने वही साडे हल ने। जेकर दोनों रेखावां एक दूसरे के ऊपर ने तो हर बिंदु एक दूसरे दे नाल टच कर रहा है। सो जे एक दूसरे दे नाल लग रहा तो मतलब सारियां दे सारे बिंदु जिन्ने भी ने वो सारे साडे हल ने। तो साडे कोल की हुंदा अनेक हल हाँ। ठीक है जी। सो थर्ड साडे कोल किस्म हुंदी है जी जदों a1 बटा a2 बराबर है जी b1 बटा b2 परंतु बराबर नहीं है c1 बटा c। ठीक उस जगह साडे कोल समांतर रेखावां आउंदियां। अब दोनों रेखावां जो ने एक दूसरे के बिल्कुल समांतर चली जांदियां ने, कदे भी नहीं कटदियां। सानू पता जे कट्टण दे उपर हल मिलता सी पर इत्थे कदे नहीं कटदियां। जे कदे नहीं कटदियां तो भाव कोई हल नहीं। ठीक है जी। सो ये साडे को तीन किस्म के साडे को टाइप्स बन गए हैं। ਇਹਦੇ ਵਿੱਚ ਦੋ ਸਾਡੇ ਕੋਲ ਟਾਈਪਸ ਦੇ ਵਿੱਚ ਹੱਲ ਨਿਕਲਦਾ ਹੈ, ਭਾਵ ਚਾਹੇ ਉਹ ਇੱਕ ਹੱਲ ਨਹੀਂ ਚਾਹੇ ਅਨੇਕ ਹੱਲ ਹਨ। ਇੱਕ ਟਾਈਪ ਦੇ ਵਿੱਚ ਸਾਡੇ ਕੋਲ ਹੱਲ ਨਹੀਂ ਨਿਕਲਦਾ। ਜੇਕਰ ਹੱਲ ਨਿਕਲਦਾ ਤਾਂ ਅਸੀਂ ਉਹਨੂੰ ਕੀ ਲਿਖਦੇ ਹਾਂ
ਠੀਕ। ਸਮੀਕਰਨਾਂ ਦਾ ਸੰਗਤ ਜੋੜਾ, ਜੇਕਰ ਹੱਲ ਨਹੀਂ ਨਿਕਲਦਾ ਤਾਂ ਅਸੰਗਤ ਜੋੜਾ। ਠੀਕ ਹੈ ਜੀ। ਸੋ ਸਾਡੇ ਕੋਲ ਇਹ ਦੋ ਟਾਈਪਸ ਬਣਦੀਆਂ ਨੇ, ਸੰਗਤ ਜੋੜਾ ਅਤੇ ਅਸੰਗਤ ਜੋੜਾ। ਤੁਹਾਡੇ ਕੋਲ ਇਹ ਤੋਂ ਬਾਅਦ ਸਾਡੀ ਲਾਸਟ ਟਾਈਪ ਹੈ ਜੀ ਕੁਐਸਚਨ ਦੀ। ਸਾਡੇ ਕੋਲ ਦੋ ਸਮੀਕਰਨਾਂ ਹੁੰਦੀਆਂ, ਉਹਨੂੰ ਹੱਲ ਕਰਨਾ ਪੈਂਦਾ। ਜੇਕਰ ਅਸੀਂ ਅੰਸ਼ ਵਿੱਚ 1 ਜੋੜ ਦਈਏ ਅਤੇ ਹਰ ਵਿੱਚ 1 ਘਟਾ ਦਈਏ ਤਾਂ ਭਿੰਨ 1 ਵਿੱਚ ਬਦਲ ਜਾਂਦੀ ਹੈ। ਜੇਕਰ ਹਰ ਵਿੱਚ 1 ਜੋੜ ਦਈਏ ਤਾਂ ਇਹ 1/2 ਬਣ ਜਾਂਦੀ ਹੈ। ਭਿੰਨ ਪਤਾ ਭਾਵ ਸਾਡੇ ਕੋਲ ਕੋਈ ਭਿੰਨ ਆ ਜੀ, ਹੱਲ ਕਰਨ ਲੱਗੇ ਆ। ਮੰਨ ਲਓ ਭਿੰਨ, ਹੁਣ ਭਿੰਨ ਦੇ ਵਿੱਚ ਸਾਨੂੰ ਪਤਾ ਅੰਸ਼ ਅਤੇ ਹਰ ਦੋ ਹੁੰਦੇ ਨੇ। ਉੱਪਰ ਅੰਸ਼ ਹੈ, ਨੀਚੇ ਹਰ ਹੈ, ਤਾਂ ਅੰਸ਼ ਨੂੰ ਮੈਂ ਲਿਖ ਲਿਆ x ਅਤੇ ਹਰ ਨੂੰ ਕੀ ਲਿਖ ਲਿਆ y। ਸੋ ਇਹ ਮੇਰਾ ਅੰਸ਼ ਤੇ ਇਹ ਮੇਰਾ ਹਰ। ਅੰਸ਼ ਤੇ ਹਰ ਲਿਖਣ ਤੋਂ ਬਾਅਦ ਹੁਣ ਆਪਾਂ ਦੇਖੀਏ ਵੀ ਸਟੇਟਮੈਂਟ ਕੀ ਕਹਿੰਦੇ। ਪਹਿਲੀ ਸਟੇਟਮੈਂਟ ਜੋ ਫਸਟ ਲਾਈਨ ਆ ਸਟੇਟਮੈਂਟ ਦੀ, ਉਹ ਪਹਿਲੀ ਇਕੁਏਸ਼ਨ ਦੇਗੀ। ਸੋ ਦੇਖਦੇ ਹਾਂ, ਕਹਿੰਦਾ ਜੀ ਅਸੀਂ ਅੰਸ਼ ਵਿੱਚ 1 ਜੋੜ ਦਈਏ। ਅੰਸ਼ ਸਾਡੇ ਕੋ ਉੱਪਰ ਆ ਜੀ, ਅਕੋਰਡਿੰਗ ਟੂ ਕੁਐਸਚਨ ਅੰਸ਼ ਵਿੱਚ 1 ਜੋੜਤਾ ਜੀ ਆਪਾਂ ਨੇ, ਅਤੇ ਹਰ ਵਿੱਚ 1 ਘਟਾ ਦਈਏ। ਤੇ ਹਰ ਹੇਠਲੀ ਸੰਖਿਆ ਹੈ ਤਾਂ ਉਹਦੇ ਵਿੱਚੋਂ 1 ਘਟਾ ਦਈਏ ਜੀ, ਤਾਂ ਸਾਡੇ ਕੋਲ ਕਿੰਨਾ ਆ ਜਾਂਦਾ ਜੀ ਇਹ, ਤਾਂ ਭਿੰਨ 1 ਵਿੱਚ ਬਦਲ ਜਾਂਦੀ ਹੈ, ਭਾਵ ਬਰਾਬਰ ਆ ਗਿਆ ਜੀ। ਇਥੋਂ ਜੀ ਬੇਟੇ ਆਪਾਂ ਸਮੀਕਰਨ ਬਣਾਵਾਂਗੇ, ਕ੍ਰਾਸ ਮਲਟੀਪਲਾਈ ਕਰਾਂਗੇ, ਇਹਦੇ ਨੀਚੇ ਕੁਛ ਨਹੀਂ, x ਜਮਾ 1 ਬਰਾਬਰ y ਘਟਾਓ। ਠੀਕ ਹੈ ਜੀ। ਸਭ ਇਧਰਲੀ ਸਾਈਡ ਲੈ ਆਵਾਂਗੇ ਦੋਨਾਂ ਨੂੰ, x ਘਟਾਓ y ਜਮਾ 1 ਜਮਾ ਬਰਾਬਰ 0, ਭਾਵ ਇਹ ਸਾਡੀ ਪਹਿਲੀ ਸਮੀਕਰਨ ਬਣੀ ਹੈ ਜੀ, ਸਮੀਕਰਨ ਨੰਬਰ। ਸਮੀਕਰਨ ਨੰਬਰ 2 ਬਣਾਉਣਾ ਹੈ ਜੀ। ਸਾਡੀ ਦੂਸਰੀ ਜੋ ਸਟੇਟਮੈਂਟ ਆ, ਜੋ ਡੰਡੀ ਤੋਂ ਬਾਅਦ ਸ਼ੁਰੂ ਹੋ ਰਹੀ ਹੈ, ਤਕਰੀਬਨ ਸਾਨੂੰ ਦੂਸਰੀ ਸਮੀਕਰਨ ਦੇ ਦੇ। ਜੇਕਰ ਹਰ ਵਿੱਚ 1 ਜੋੜ ਦਈਏ, ਸਾਡੇ ਕੋਲ ਭਿੰਨ ਸੀਗੀ x ਬਟਾ y, ਇਹ ਵੀ ਅਕੋਰਡਿੰਗ ਟੂ ਕੁਐਸਚਨ ਪਾ ਕੀ ਕਰ ਦੇਣਾ ਬੇਟਾ। ਜੇਕਰ ਹਰ ਵਿੱਚ 1 ਜੋੜ ਦਈਏ, ਹਰ ਹੇਠਲੀ ਸੰਖਿਆ ਹੈ ਉਹਦੇ ਵਿੱਚ 1 ਜੋੜ ਦਈਏ ਤਾਂ ਇਹ 1/2 ਬਣ ਜਾਂਦੀ ਹੈ। ਤਾਂ ਇਹ 1/2 ਬਣ ਜਾਂਦੀ ਹੈ। ਸੇਮ ਹੱਲ ਕਰਨ ਲਈ ਕ੍ਰਾਸ ਮਲਟੀਪਲਾਈ ਕਰ ਲਓ। 2 ਨੂੰ x ਨਾਲ ਗੁਣਾ ਕੀਤੀ 2x, 1 ਨੂੰ ਇਹਦੇ ਨਾਲ ਗੁਣਾ ਕੀਤੀ y ਜਮਾ 1। ਸੋ ਸਾਰਿਆਂ ਨੂੰ ਖੱਬੇ ਪਾਸੇ ਲਿਆਉਂਦੇ ਆ ਜੀ। ਸਾਈਡ ਚੇਂਜ ਕਰਨ ਤੇ ਨਿਸ਼ਾਨ ਬਦਲ ਜਾਂਦੇ ਨੇ, ਤਾਂ ਸਾਡੇ ਕੋਲ ਸਮੀਕਰਨ ਨੰਬਰ 2। ਹੁਣ ਇਸ ਜਗ੍ਹਾ ਤੱਕ ਬੇਟੇ ਹੱਲ ਕਰਨ ਤੋਂ ਬਾਅਦ ਤੁਸੀਂ ਸਾਡੇ ਜਿੰਨੇ ਵੀ ਕਰਵਾਏ ਹੋਏ ਮੈਥਡ ਨੇ ਉਹਨਾਂ ਚੋਂ ਕਿਸੇ ਵੀ ਮੈਥਡ ਨਾਲ ਇਸ ਪ੍ਰਸ਼ਨ ਨੂੰ ਹੱਲ ਕਰ ਲਿਓ। ਠੀਕ ਹੈ ਬੇਟਾ ਜੀ। ਸੋ ਇਹਦੇ ਨਾਲ ਸਾਡੇ ਫਸਟ ਬਾਈ ਮੰਥਲੀ ਦਾ ਜੋ ਤਿਆਰੀ ਆ ਇੱਥੇ ਤੱਕ ਕੰਪਲੀਟ ਹੁੰਦੀ ਆ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਟੌਪਿਕ ਸਮਝ ਲੱਗ ਗਿਆ ਹੋਵੇਗਾ। ਬਹੁਤ ਬਹੁਤ ਧੰਨਵਾਦ।